ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਦੋਂ ਆਪਾਂ ਬਾਣੀ ਦਾ ਮਜ਼ਮੂਨ ਵੇਖਦੇ ਹਾਂ ਤੇ ਸੰਗਤ ਜੀ, ਜਿੱਥੇ ਆਪਾਂ ਭਗਤ ਸਾਹਿਬਾਨਾਂ ਦੀ ਬਾਣੀ ਦੀ ਗੱਲ ਕਰੀਏ ਤੇ ਅਸੀਂ ਆਮ ਜੇ ਸ਼ਬਦ ਵਰਤੀਏ ਤੇ ਬਹੁਤ ਔਖੀ ਜਾਂ ਗੁੰਝਲਦਾਰ ਜਾਂ ਆਮ ਕਰਕੇ ਸਿੱਖ ਧਰਮ ਦੇ ਅੰਦਰ ਮਹਿੰਗੀ ਬਾਣੀ ਕਿਹਾ ਜਾਂਦਾ ਕਿ ਇਹ ਬਾਣੀ ਪੜ੍ਹਨ 'ਚ ਬਹੁਤ ਔਖੀ ਹੈ। ਭਗਤ ਸਾਹਿਬਾਨਾਂ ਦੀ ਬਹੁਤੀ ਬਾਣੀ ਜਦੋਂ ਗੁਰੂ ਸਾਹਿਬਾਨਾਂ ਦੀਆਂ ਵੀ ਨਿਗਾਹ ਹੇਠ ਲੰਗੀ ਤੇ ਮਹਾਰਾਜ ਨੇ ਬੜੇ ਔਖੇ ਤੇ ਹੋਰ ਇਹੋ ਜਿਹੇ ਸ਼ਬਦ ਜਿਨ੍ਹਾਂ ਦੀ ਪ੍ਰੋੜਤਾ ਕਰਦਿਆਂ ਗੁਰੂ ਸਾਹਿਬਾਨਾਂ ਨੇ ਬਾਣੀ ਉਚਾਰੀ। ਕੁਝ ਇਹੋ ਜਿਹੇ ਸ਼ਲੋਕ ਵੀ ਸਾਨੂੰ ਬਾਬਾ ਫਰੀਦ, ਬਾਬਾ ਕਬੀਰ ਜੀ ਦੀ ਬਾਣੀ ਤੋਂ ਮਿਲਦੇ ਜਿਨ੍ਹਾਂ ਦੇ ਹੋਰ ਅਰਥਾਂ ਦਾ ਵਿਸਥਾਰ ਗੁਰੂ ਸਾਹਿਬਾਨਾਂ ਨੇ ਕੀਤਾ। ਉੱਥੇ ਫਿਰ ਗੁਰੂ ਨਾਨਕ ਸੱਚੇ ਪਿਤਾ ਵੀ ਬਾਣੀ ਉਚਾਰਦੇ ਨੇ। ਧਿਆਨ ਦੇ ਨਾਲ ਇਸ ਵਿਸ਼ੇ ਨੂੰ ਸੁਣਿਓ, ਕਿਉਂਕਿ ਇਹ ਤਾਂ ਕਰਕੇ ਬਹੁਤ ਵਾਰ 90% ਜੇ ਅਸੀਂ ਗੱਲ ਕਰੀਏ ਸਾਰੇ ਗੁਰੂ ਘਰਾਂ 'ਚ ਤਕਰੀਬਨ ਪੰਚਮ ਪਿਤਾ ਦੀ ਬਾਣੀ ਦੇ ਹੀ ਮੁੱਖ ਵਾਕ ਆਉਂਦੇ ਨੇ। ਬੜਾ ਵੱਡਾ ਸਵਾਲ ਹੈ ਕਿਉਂ, ਤੇ ਜ਼ਰੂਰ ਤੁਸੀਂ ਗੱਲ ਨੋਟ ਕਰਨੀ ਆ ਕਿ ਭਗਤ ਸਾਹਿਬਾਨਾਂ ਦੀ ਬਾਣੀ ਮਹਿੰਗੀ ਬਾਣੀ ਹੈ। ਗੁਰੂ ਸਾਹਿਬਾਨਾਂ ਨੇ ਉਹਨਾਂ ਬਾਣੀ ਨੂੰ ਥੋੜਾ ਸਰਲ ਕੀਤਾ ਆਪਣੀ ਬਾਣੀ ਨਾਲ ਉਚਾਰ ਕੇ। ਗੁਰੂ ਨਾਨਕ ਸੱਚੇ ਪਿਤਾ ਦੀ ਬਾਣੀ ਬਹੁਤ ਔਖੀ ਹੈ। ਜਿਹੜੇ ਸਹਿਜ ਪਾਠ ਕਰਦੇ ਨਾ ਗੁਰੂ ਨਾਨਕ ਜੀ ਦੀ ਬਾਣੀ ਪੜ੍ਹਿਓ, ਦੇਖੋ ਇੱਕ ਪਾਸੇ ਗੁਰੂ ਨਾਨਕ ਜੀ ਦੇ 12 ਮਾਹ ਤੁਖਾਰੀ ਰਾਗ ਅੰਦਰ, ਇੱਕ ਪਾਸੇ 12 ਮਾਹ ਪੰਚਮ ਪਿਤਾ ਦੇ ਰੱਖ ਲਿਓ, ਸਮਝ ਹੀ ਨਹੀਂ ਆਉਣੀ ਕਿ ਪੜ੍ਹ ਕੀ ਰਹੇ, ਇੰਨੀ ਔਖੀ ਬਾਣੀ। ਫਿਰ ਗੁਰੂ ਅੰਗਦ ਦੇ ਪਿਤਾ ਜੀ ਉਸ ਬਾਣੀ ਤੋਂ ਥੋੜੀ ਜੀ ਕਹਿ ਲਓ ਕਿ ਘੱਟ ਔਖੀ ਬਾਣੀ ਉਚਾਰਦੇ ਆ। ਫਿਰ ਜਦੋਂ ਗੁਰੂ ਅਮਰਦਾਸ ਜੀ ਦੀ ਵਾਰੀ ਆਉਂਦੀ ਆ, ਉਹ ਹੋਰ ਸਰਲ ਬਾਣੀ ਥੋੜੀ ਉਚਾਰਦੇ ਆ। ਧੰਨ ਗੁਰੂ ਰਾਮਦਾਸ ਜੀ ਉਹਦੇ ਤੋਂ ਥੋੜੀ ਸਰਲ ਬਾਣੀ ਉਚਾਰਦੇ ਆ। ਪੰਚਮ ਪਿਤਾ ਦੀ ਜਦੋਂ ਤੁਸੀਂ ਬਾਣੀ ਪੜ੍ਹੋ ਤੇ ਤੁਹਾਨੂੰ ਏਦਾਂ ਲੱਗਦਾ ਇੰਨੀ ਸੌਖੀ ਬਾਣੀ ਆ। ਭਾਵੇਂ ਕੋਈ ਸ਼ਬਦ ਉਹਨਾਂ ਦਾ ਲੈ ਲਓ ਕਿ ਗੁਰੂ ਸਾਹਿਬਾਨਾਂ ਨੇ ਨਾ ਇਸ ਪੂਰੀ ਕਾਇਨਾਤ ਦਾ ਇੰਨਾ ਭਲਾ ਕੀਤਾ ਕਿ ਗੁਰੂ ਅਰਜੁਨ ਦੇ ਪਿਤਾ ਨੇ ਬਾਣੀ ਵੀ ਤਾਂ ਵੱਧ ਉਚਾਰੀ। ਫਿਰ ਉਹਨਾਂ ਦੇ ਹੀ ਮੁੱਖ ਵਾਕ ਵੀ ਤਾਂ ਆਉਂਦੇ ਕਿ ਸਿੱਖ ਸੰਗਤ ਜਾਂ ਗੁਰੂ ਘਰਾਂ 'ਚ ਆਉਣ ਵਾਲੀ, ਗੁਰੂ ਨੂੰ ਪੜ੍ਹਨ ਵਾਲੀ ਸਾਰੀ ਤੇ ਇਹ ਨਹੀਂ ਨਾ PhDਆਂ ਕਰਕੇ ਬੈਠੀ ਆ ਤੇ ਉਹਨਾਂ ਨੂੰ ਇਹ ਪਤਾ ਹੋਵੇ ਗੁਰਬਾਣੀ ਦਾ ਜੋ ਮੁੱਖ ਵਾਕ ਆਇਆ, ਜੋ ਅਸੀਂ ਪੜ੍ਹਿਆ, ਉਹਦੇ ਅਰਥ ਕੀ ਨੇ। ਗੁਰੂ ਨਾਨਕ ਜੀ ਦਾ ਇੱਕ ਬਹੁਤ ਵੱਡਾ ਸੰਗਤ ਜੀ ਸਾਡੇ ਤੇ ਭਲਾ ਹੈ। ਦੁਨੀਆ ਦੇ ਅੰਦਰ ਜਿਹੜਾ ਬੱਚਾ ਜਾਂ ਇਨਸਾਨ ਸਕੂਲ, ਕਾਲਜ, ਯੂਨੀਵਰਸਿਟੀ ਨਾ ਜਾਵੇ, ਅਸੀਂ ਅਨਪੜ੍ਹ ਦਾ ਥੱਬਾ ਲਾ ਦਿੰਦੇ ਹਾਂ। ਉਹ ਬੰਦਾ ਕਿਤੇ ਵੀ ਸਰਕਾਰੀ ਜੋਬ ਤੇ ਜਾਂ ਕੋਈ ਸਹੂਲਤ ਨਹੀਂ ਲੈ ਸਕਦਾ। ਪਰ ਜਦੋਂ ਅਸੀਂ ਗੁਰੂ ਨਾਨਕ ਦੇ ਘਰ ਦੀ ਗੱਲ ਕਰਦੇ ਹਾਂ, ਮਹਾਰਾਜ ਕਹਿੰਦੇ ਕੀ ਹੋਇਆ ਜੇ ਬਹੁਤੀ ਵਾਰ ਬੰਦਾ ਦੁਨਿਆਵੀ ਪੜ੍ਹਾਈ ਨਾ ਕਰਕੇ ਹੋ ਸਕਦਾ ਬਾਕੀਆਂ ਵਾਂਗ ਦੂਜੇ ਜਿਹੜਾ ਉਹ ਕਾਮਯਾਬ ਨਾ ਹੋਵੇ, ਪਰ ਜਦੋਂ ਧਰਮ ਦੇ ਰਾਹ ਤੇ ਤੁਰੇ ਤੇ ਉਹ ਅਨਪੜ੍ਹਤਾ ਜਿਹੜੀ ਦੁਨਿਆਵੀ ਵਿਦਿਆ ਦੀ ਹੈ ਉਹਦੇ ਰਾਹ ਦਾ ਅੜਿੱਕਾ ਨਾ ਬਣੇ। ਉਸ ਕਰਕੇ ਫਿਰ ਗੁਰੂ ਸਾਹਿਬ ਜੀ ਨੇ ਇੰਨੀ ਸਰਲ ਤੇ ਸੌਖੀ ਬਾਣੀ ਉਚਾਰੀ। ਤੇ ਵੱਡੀ ਗੱਲ ਹੈ ਉਸ ਬਾਣੀ ਨੂੰ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਮੱਧ ਵਿੱਚ ਰੱਖਿਆ, ਕਿਉਂਕਿ ਜੇ ਅਸੀਂ 1430 ਅੰਗਾਂ ਦੀ ਗੱਲ ਕਰਦੇ ਨਾ ਤੇ ਉਹਦੇ ਵਿਚਕਾਰ ਜਿਹੜੇ ਮੁੱਖ ਵਾਕ ਖਾਸ ਕਰਕੇ ਹੁੰਦੇ ਆ, ਬਹੁਤੀ ਵੇਰ ਜਿਹੜੇ ਉਹ ਪੰਚਮ ਪਿਤਾ ਦੇ। ਸਤਿਗੁਰੂ ਪਿਤਾ ਜੀ ਦਾ ਇਹ ਤਰਸ ਹੈ ਕਿ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨ ਪੜ੍ਹਿਆ ਪਰਮ ਗਤ ਪਾਵੈ। ਇਹਨਾਂ ਗੱਲਾਂ ਨੂੰ ਸੱਚ ਐਵੇਂ ਸਾਡੇ ਤੱਕ ਪਹੁੰਚਾਉਣ ਦੇ ਲਈ ਵੱਡੇ ਵੱਡੇ ਜਾਤੀਵਾਦ, ਵੱਡੇ ਵੱਡੇ ਘੜੰਬ ਚੌਧਰੀ ਜਿਹੜੇ ਧਰਮ ਦੇ ਠੇਕੇਦਾਰ ਬਣੇ ਸੀ, ਉਹਨਾਂ ਦਾ ਵਿਰੋਧ ਵੀ ਝੱਲਣਾ ਪਿਆ। ਪਰ ਗੁਰੂ ਸਾਹਿਬ ਨੇ ਰੱਤੀ ਪਰਵਾਹ ਨਹੀਂ ਕੀਤੀ, ਕੇਵਲ ਇਹੀ ਦਾਤ ਬਖਸ਼ੀ। ਇਹੀ ਕਾਰਨ ਹੈ ਸੰਗਤ ਜੀ ਕਿ ਕਮਾਲ ਦੀ ਗੱਲ ਵੇਖੋ, ਧੁਰ ਕੀ ਬਾਣੀ ਹੋਵੇ, ਖਸਮ ਕੀ ਬਾਣੀ ਹੋਵੇ, ਵਾਹੋ ਵਾਹੋ ਬਾਣੀ ਨਿਰੰਕਾਰ ਹੋਵੇ। ਤੇ ਜਦੋਂ ਬਾਣੀ ਦਾ ਪਾਠ ਕਰੀਏ, ਹੁਣ ਪਵਨ ਗੁਰੂ ਪਾਣੀ ਪਿਤਾ ਨਾ ਹਰ ਮਾਂ ਬੋਲ ਲੈਂਦੀ ਆ, ਹਰ ਬਜ਼ੁਰਗ ਨਾਲ ਬੋਲ ਲੈਂਦਾ। ਜਿਹੜਾ ਇਹ ਕਹਿੰਦਾ ਨਾ ਮੈਨੂੰ ਬਾਣੀ ਨਹੀਂ ਪੜ੍ਹਨੀ ਆਉਂਦੀ, ਆਨੰਦ ਸਾਹਿਬ ਦੀਆਂ 6 ਪੌੜੀਆਂ ਉਹਨੂੰ ਵੀ ਕੰਠ ਹੁੰਦੀਆਂ। ਇਹ ਗੁਰੂ ਸਾਹਿਬ ਦਾ ਤਰਸ ਹੈ ਸਾਡੇ ਤੇ ਕਿ ਕਿਸੇ ਬਹਾਨੇ ਕਿਸੇ ਤੁਕ ਨਾਲ ਸਾਡਾ ਇਸ ਸੰਸਾਰ ਤੇ ਆਇਆ ਸਫਲ ਹੋ ਜੇ ਤੇ ਜੀਵਨ ਲੇਖੇ ਲੱਗੇ। ਸੋ ਖੈਰ ਆਓ ਪੰਚਮ ਪਿਤਾ ਦੇ ਮੁੱਖ ਵਾਕ ਜੋ ਨੇ ਉਹਨਾਂ ਦੇ ਨਾਲ ਜੁੜੀਏ, ਥੋੜਾ ਜਿਹਾ ਆਪਾਂ ਉਹਨਾਂ ਦੇ ਜੀਵਨ ਵੱਲ ਦੇਖ ਲੈਂਦੇ ਹਾਂ। ਗੁਰੂ ਸਾਹਿਬ ਸੱਚੇ ਪਿਤਾ ਜਿਹੜੇ ਨੇ 1563 ਵਿੱਚ ਉਹਨਾਂ ਦਾ ਆਗਮਨ ਹੁੰਦਾ ਹੈ ਗੁਰੂ ਰਾਮਦਾਸ ਜੀਆਂ ਦੇ ਗ੍ਰਹਿ। 1581 ਵਿੱਚ ਉਹ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਆ।
ਤੇ 1606 ਤੱਕ ਉਹ ਆਪਣੇ ਸਰੀਰਕ ਅਰਬਲਾਂ ਨੂੰ ਇਸ ਮਾਤ ਲੋਕ ਚ ਭੋਗਦੇ ਆ ਤੇ 1606 ਚ ਜਿਹੜਾ ਹੈ ਉਹ ਸ਼ਹੀਦੀ ਪਾਉਂਦੇ ਆ। 1604 ਦੇ ਵਿੱਚ ਗੁਰੂ ਸਾਹਿਬ ਨੇ ਬਹੁਤ ਵੱਡਾ ਕਾਰਜ ਕੀਤਾ। ਉਸੇ ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਦਾ ਸਰੂਪ ਤਿਆਰ ਕਰਾ ਕੇ ਉਸ ਸਮੇਂ ਇਹਨੂੰ ਗੁਰੂ ਦਾ ਦਰਜਾ ਨਹੀਂ ਦਿੱਤਾ ਗਿਆ। ਗੁਰੂ ਦਾ ਦਰਜਾ ਨੰਦੇੜ ਸਾਹਿਬ ਦੀ ਧਰਤੀ ਤੇ ਦਸਮ ਪਿਤਾ ਨੇ ਦਿੱਤਾ। ਗੁਰੂ ਦਾ ਦਰਜਾ ਨਾ ਦੇ ਕੇ ਵੀ ਗੁਰੂ ਸਾਹਿਬ ਕਿੰਨਾ ਸਤਿਕਾਰ ਕਰਦੇ ਨੇ। ਅੱਜ ਵੀ ਜਦੋਂ ਸਿੱਖ ਦਰਬਾਰ ਸਾਹਿਬ ਮੱਥਾ ਟੇਕੇ ਤੇ ਸਭ ਤੋਂ ਪਹਿਲਾਂ ਫਿਰ ਜਾਂਦਾ ਅਕਾਲ ਤਖਤ ਸਾਹਿਬ, ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਨੂੰ ਮੱਥਾ ਟੇਕਣ ਤੋਂ ਪਹਿਲਾਂ ਸੰਗਤਾਂ ਜਿੱਥੇ ਸੁਖਾਸਨ ਹੁੰਦਾ ਹੈ ਉੱਥੇ ਮੱਥਾ ਟੇਕਦੀ ਆ, ਇਹ ਭਾਵਨਾ ਨਾਲ ਕਿ ਉਹ ਦਰ ਹੈ ਜਿੱਥੇ ਗੁਰੂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੂੰ ਆਪ ਪਲੰਗੇ ਤੇ ਬਿਰਾਜਮਾਨ ਕਰਕੇ ਤੇ ਭੁੰਜੇ ਸੌਂਦੇ ਨੇ। ਵੇਖੋ ਸੰਗਤ ਜੀ, ਇੱਥੇ ਮੇਰੇ ਵਰਗੇ ਨੂੰ 2-4 ਬਾਣੀਆਂ ਕੱਟ ਹੋ ਜਾਣ ਤੇ ਉਹ ਅੱਖਾਂ ਹੀ ਨਹੀਂ ਰਲਾਉਂਦਾ ਕਹਿਣਾ ਕਿ ਲੋਕ ਮੈਨੂੰ ਹੁਣ ਚੋਰ ਕਰਨ, ਪਰ ਇੱਕ ਪਾਸੇ ਉਹ ਗੁਰੂ ਸਾਹਿਬਾਨ ਨੇ ਜਿਹੜੇ ਆਪ ਰੱਬ ਕੁਹਾ ਕੇ ਵੀ ਇੰਨੀ ਨਿਮਰਤਾ ਦੇ ਵਿੱਚ ਰਹੇ। ਸੋ ਸਤਿਗੁਰੂ ਪਿਤਾ ਜੀ ਇਸ ਬਾਣੀ ਨੂੰ 1601 ਤੋਂ ਸ਼ੁਰੂ ਕਰਦੇ ਆ ਤੇ 1604 ਤੱਕ ਸੰਪੂਰਨ ਕਰਦੇ। ਬੜਾ ਵੱਡਾ ਕਾਰਜ ਸੀ। ਇੱਕ ਪੱਤਰਾ ਇੱਕ ਅੰਗ ਜਦੋਂ ਲਿਖਿਆ ਜਾਣਾ, ਆਪ ਗੁਰੂ ਸਾਹਿਬ ਨੇ ਸ਼ਹੀਦਾਂ ਸਥਾਨ ਰਾਮਸਰ ਤੋਂ ਲੈ ਕੇ ਸਤਿਕਾਰ ਨਾਲ ਫਿਰ ਕੋਠਾ ਸਾਹਿਬ ਲਿਆਉਣਾ। ਉਸ ਕੋਠਾ ਸਾਹਿਬ ਕਿਸੇ ਹੋਰ ਦਾ ਪਹਿਰਾ ਨਹੀਂ ਸੀ ਲਾਉਂਦੇ, ਮਹਾਰਾਜ ਆਪ ਸੌਂਦੇ ਰਹੇ, ਪੂਰੀ ਨਿਗਰਾਨੀ। ਉਹ 4 ਸਾਲ ਗੁਰੂ ਸਾਹਿਬ ਨੇ ਕੌਮ ਨੂੰ ਹਦਾਇਤ ਇਹ ਕੀਤੀ ਕਿ ਅੱਜ ਤੋਂ ਬਾਅਦ ਜਿੰਨੇ ਵੀ ਹੋਰ ਕਰਮ ਨੇ ਬਾਬਾ ਬੁੱਢਾ ਜੀ ਵੇਖਣਗੇ ਤੇ ਬਾਬਾ ਬੁੱਢਾ ਜੀਆਂ ਵਿੱਚੋਂ ਤੁਸੀਂ ਗੁਰੂ ਨੂੰ ਵੇਖਣਾ ਤੇ ਬਾਬਾ ਬੁੱਢਾ ਜੀ ਜੋ ਬਚਨ ਹੁਕਮ ਤੁਹਾਨੂੰ ਕਰਨ ਉਹਨੂੰ ਗੁਰੂ ਦਾ ਹੁਕਮ ਜਾਣ ਕੇ ਮੰਨਣਾ। ਕਿੰਨੀ ਵੱਡੀ ਦਾਤ ਬਾਬਾ ਬੁੱਢਾ ਜੀ ਨੂੰ ਵੀ ਬਖਸ਼ੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਦਾ ਪ੍ਰਕਾਸ਼ ਕਰਦੇ ਆ। ਧੰਨ ਬਾਬਾ ਬੁੱਢਾ ਜੀਆਂ ਦੀ ਸੇਵਾ ਦੀ ਬਿਰਤੀ ਨੂੰ ਵੇਖ ਕੇ ਗੁਰੂ ਨਾਨਕ ਤੋਂ ਲੈ ਕੇ ਉਹਨਾਂ ਨੇ ਹੁਣ ਤੱਕ ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ, ਉਹਨਾਂ ਨੂੰ ਹੱਥੀ ਤਿਲਕ ਦਿੱਤਾ ਤੇ ਗੁਰਤਾ ਗੱਦੀ ਤੇ ਬਿਠਾਇਆ। ਸਤਿਗੁਰੂ ਪਿਤਾ ਜੀ ਗੁਰੂ ਉਹਨਾਂ ਨੂੰ ਗ੍ਰੰਥੀ ਥਾਪਦੇ ਆ। ਫਿਰ ਮੇਰੇ ਪਾਤਸ਼ਾਹ ਜੀ ਕਹਿੰਦੇ ਤੁਸੀਂ ਮੁਖ ਵਾਕ ਲਓ, ਅਸੀਂ ਸੰਗਤ ਦੇ ਵਿੱਚ ਬਹਿ ਕੇ ਸੁਣਾਂਗੇ। ਵੇਖੋ ਇਹ ਧਰਤੀ ਤੇ ਨਾ ਕਦੋਂ ਦਾ ਸੰਸਾਰ ਬਣਿਆ, ਸਤਿਯੁਗ, ਤ੍ਰੇਤਾ, ਦੁਆਪਰ, ਕਲਯੁਗ ਆ ਗਿਆ, ਅੱਜ ਤੱਕ ਨਹੀਂ ਸੀ ਹੋਇਆ ਕਿ ਸ਼ਬਦ ਨੂੰ ਇੰਨੀ ਮਹੱਤਤਾ ਦਿੱਤੀ ਜਾਏ। ਇੱਥੇ ਇੱਕ ਵਾਰ ਅਸੀਂ ਗੱਲ ਕੀਤੀ ਸੀ ਕਿ ਜਿੰਨਾ ਸਤਿਕਾਰ ਸ਼੍ਰੀ ਰਾਮਚੰਦਰ ਜੀ ਦਾ ਹਿੰਦੂ ਵੀਰ ਕਰਦੇ ਉਹਨਾਂ ਰਾਮਾਇਣ ਦਾ ਨਹੀਂ। ਜਿੰਨਾ ਸਤਿਕਾਰ ਕ੍ਰਿਸ਼ਨ ਜੀ ਦਾ ਕੀਤਾ ਜਾਂਦਾ ਹੈ, ਉਹਨਾਂ ਦੀ ਮੂਰਤੀ ਪੂਜੀ ਜਾਂਦੀ, ਉਹਨਾਂ ਸਤਿਕਾਰ ਗੀਤਾ ਦਾ ਨਹੀਂ। ਜਿੰਨਾ ਸਤਿਕਾਰ ਮੁਸਲਮਾਨ ਵੀਰ ਜਿਹੜੇ ਨੇ ਹਜ਼ਰਤ ਮੁਹੰਮਦ ਜੀ ਦਾ ਕਰਦੇ, ਉਹਨਾਂ ਕੁਰਾਨ ਸ਼ਰੀਫ ਦਾ ਨਹੀਂ। ਜਿੰਨਾ ਸਤਿਕਾਰ ਜਿਸਸ ਦਾ ਕੀਤਾ ਗਿਆ, ਉਹਨਾਂ ਸਤਿਕਾਰ ਬਾਈਬਲ ਦਾ ਨਹੀਂ। ਜਿੰਨਾ ਸਤਿਕਾਰ ਮਹਾਤਮਾ ਬੁੱਧ ਜੀ ਦਾ ਕੀਤਾ ਗਿਆ, ਉਹਨਾਂ ਦੇ ਧਰਮ ਗ੍ਰੰਥ ਦਾ ਨਾਮ ਹੈ ਧੰਮਪਦ, ਪਤਾ ਹੀ ਨਹੀਂ ਬਹੁਤਿਆਂ ਨੂੰ, ਉਹਨਾਂ ਦਾ ਉਹਨਾਂ ਸਤਿਕਾਰ ਨਹੀਂ। ਜਿੰਨਾ ਸਤਿਕਾਰ ਜੈਨ ਮਤ ਦੇ ਤੀਰਥੰਕਰ ਉਹਨਾਂ ਨੂੰ ਕਿਹਾ ਜਾਂਦਾ, ਉਹਨਾਂ ਦਾ ਕੀਤਾ ਗਿਆ, ਉਹਨਾਂ ਦੀਆਂ ਲਿਖਤਾਂ ਦਾ ਨਹੀਂ। ਪਰ ਇਹ ਧਰਤੀ ਦੇ ਉੱਤੇ ਘਰ ਘਰ ਦੇ ਵਿੱਚ ਜਿੰਨਾ ਸਤਿਕਾਰ ਗੁਰੂ ਕੀ ਬਾਣੀ ਦਾ ਗੁਰੂ ਕਰਾ ਕੇ ਗਏ, ਗੁਰੂਆਂ ਨੇ ਆਪਣਾ ਨਹੀਂ ਕਰਾਇਆ। ਇਹ ਦੁਨੀਆ ਦੇ ਉੱਤੇ ਬੜੀ ਕਹਿ ਲੋ ਜੁਗ ਪਲਟੂ ਗੱਲ ਸੀ ਕਿ ਸਤਿਗੁਰੂ ਪਿਤਾ ਜੀ ਆਪਣੇ ਤੋਂ ਵੱਧ ਗੁਰੂ ਦਾ ਦਰਜਾ ਫਿਰ ਆਪਣੀ ਹਯਾਤੀ 'ਚ ਦੇ ਕੇ ਗਏ। ਗੁਰੂ ਆਪਣੇ ਅਰਜੁਨ ਦੇ ਪਿਤਾ ਜੀ ਨੂੰ ਨਾ ਸੰਗਤਾਂ ਜਦੋਂ ਦੂਰੋਂ ਮਿਲਣ ਆਉਂਦੀਆਂ ਰਹੀਆਂ ਤੇ ਮਹਾਰਾਜ ਸੱਚੇ ਪਿਤਾ ਨੇ ਹੁਕਮ ਕੀਤਾ ਕਿ ਤੁਸੀਂ ਸ਼ਬਦ ਨੂੰ ਗੁਰੂ ਦੀ ਪ੍ਰਧਾਨਤਾ ਕਿਉਂ ਦਿੱਤੀ। ਤੇ ਗੁਰੂ ਸਾਹਿਬ ਕਹਿੰਦੇ ਸਨ, ਜੇ ਸਰੀਰ ਗੁਰੂ ਰਿਹਾ ਤੇ ਇੱਕ ਸਮੇਂ ਇੱਕੋ ਥਾਂ ਤੇ ਇੱਕ ਵਿਅਕਤੀ ਦਾ ਇੱਕ ਸੰਗਤ ਦਾ ਭਲਾ ਕਰੂ, ਪਰ ਜੇ ਸ਼ਬਦ ਗੁਰੂ ਦੇ ਲੜ ਲੱਗੋਗੇ ਇੱਕੋ ਵਾਰੀ ਇੱਕੋ ਸਮੇਂ 'ਚ ਕਰੋੜਾਂ ਦੁਨੀਆ ਸ਼ਬਦ ਦੇ ਲੜ ਲੱਗ ਕੇ ਕੋਈ ਮੰਗ ਮੰਗਿਆ ਕਰੂ, ਸ਼ਬਦ ਉੱਥੇ ਵਰਤ ਜਾਇਆ ਕਰੇਗਾ। ਇਹ ਸ਼ਬਦ, ਇਸ ਸ਼ਬਦ ਦਾ ਪ੍ਰਚਾਰ ਅੱਜ ਦੇਖੋ ਜਿੰਨੇ ਖਾਸ ਕਰਕੇ ਚਲੋ ਜੇ ਪੰਜਾਬ ਤੇ ਹਿੰਦੁਸਤਾਨ ਦੀ ਗੱਲ ਕਰੀਏ, ਇੱਥੇ ਸੇਮ ਹੀ ਸੂਰਜ ਚੜ੍ਹਦਾ ਨਾ, ਕਿੰਨੇ ਕਰੋੜਾਂ ਦੀ ਗੱਲ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਰਿਹਾ। ਉਸ ਪ੍ਰਕਾਸ਼ ਨੇ ਕਿੰਨਿਆਂ ਦੀ ਜ਼ਿੰਦਗੀ ਚੋਂ ਹਨੇਰਾ ਦੂਰ ਕੀਤਾ। ਸੋ ਸਾਧ ਸੰਗਤ ਜੀ, ਇਹ ਜਿਹੜੇ ਨਿੱਕੀਆਂ ਨਿੱਕੀਆਂ ਜਾਂ ਵੱਡੇ ਵੱਡੇ ਕਾਰਜ ਸਨ, ਇਹਦੇ ਵਿੱਚ ਗੁਰੂ ਦੀ ਬੜੀ ਦਾਤ ਸੀ। ਤੇ ਮਹਾਰਾਜ ਦੇ ਜੀਵਨ 'ਚ ਇੱਕ ਹੋਰ ਘਟਨਾ, ਸਤਿਗੁਰੂ ਪਿਤਾ ਜੀ ਕੋਲ ਨਾ ਇੱਕ ਵਾਰੀ ਇੱਕ ਸਾਧੂ ਜਨ ਭਿਖਾਰੀ ਕਹਿ ਲੋ ਮੰਗਣ ਆਇਆ ਤੇ ਮਹਾਰਾਜ ਸੱਚੇ ਪਿਤਾ ਜੀਆਂ ਦੇ ਘਰ 'ਚ ਨਾ
ਜੇ ਕੋਈ ਲੋੜਵੰਦ ਆਵੇ, ਧਿਆਨ ਨਾਲ ਸੁਣਿਓ, ਉਹਨੂੰ ਮਹਾਰਾਜ ਹੋ ਸਕਦਾ ਰਾਜ ਭਾਗ ਵੀ ਦੇ ਦੇਣ, ਉਹਨੂੰ ਧਨ ਪਦਾਰਥ ਦੇ ਕੇ ਤੋਰ ਦੇਣ, ਪਰ ਜਿਹੜਾ ਭਿਖਾਰੀ ਬਣ ਕੇ ਆਉਂਦਾ ਹੁੰਦਾ ਸੀ ਨਾ, ਉਹਨੂੰ ਮਹਾਰਾਜ ਕੁਝ ਨਹੀਂ ਸੀ ਦਿੰਦੇ। ਗੁਰੂ ਸਾਹਿਬ ਕਹਿੰਦੇ ਮੰਗਣਾ ਨਹੀਂ ਸਿਖਾਉਂਦਾ ਗੁਰੂ ਦਾ ਘਰ, ਇਹ ਘਰ ਤਾਂ ਰਾਜੇ ਬਣਾਉਂਦਾ, ਸਰਦਾਰ ਬਣਾਉਂਦਾ। ਉਹਨਾਂ ਨੇ ਇੱਕ ਗੱਲ ਕਹੀ, ਉਹ ਕਹਿਣ ਲੱਗੇ ਕਿ ਗੁਰੂ ਨਾਨਕ ਦੇ ਨਾਮ ਤੇ ਕੁਝ ਦੇ ਦਿਓ, ਰੱਬ ਦੇ ਨਾਮ ਤੇ ਕੁਝ ਦੇ ਦਿਓ। ਜਦੋਂ ਰੱਬ ਦਾ ਵਾਸਤਾ ਕਿਸੇ ਨੇ ਗੁਰੂਆਂ ਨੂੰ ਪਾਉਣਾ ਤੇ ਫਿਰ ਗੁਰੂ ਸਾਹਿਬ ਜੀ ਰੱਬ ਦੇ ਵਾਸਤੇ ਤੇ ਇਹੀ ਕਾਰਨ ਹੈ ਕਿ ਮਹਾਰਾਜ ਜੀ ਪਈ ਨਦੀ ਤੋਂ ਬਾਹਰ ਆਉਂਦੇ ਆ ਤੇ ਜਾ ਕੇ ਸ਼ਮਸ਼ਾਨ ਘਾਟ ਬਹਿੰਦੇ ਆ। ਲੋਕਾਂ ਜ਼ੋਰ ਲਾ ਲਿਆ, ਭਾਈਆ ਜੈ ਰਾਮ ਨੇ ਜ਼ੋਰ ਲਾ ਲਿਆ, ਉੱਠੋ, ਨਹੀਂ ਮਹਾਰਾਜ ਉੱਠ ਰਹੇ। ਇੱਕ ਕੰਨ ਦੇ ਵਿੱਚ ਆਵਾਜ਼ ਪਾਈ ਦੌਲਤ ਖਾਂ ਲੋਧੀ, ਕਹਿੰਦਾ ਖੁਦਾ ਦੇ ਵਾਸਤੇ ਹੀ ਉੱਠ ਖਲੋ। ਜਦੋਂ ਖੁਦਾ ਦਾ ਵਾਸਤਾ ਪਾਇਆ ਤੇ ਮਹਾਰਾਜ ਨੇ ਇੱਕਦਮ ਅੱਖਾਂ ਖੋਲ ਲਈਆਂ। ਇਹੀ ਗੱਲ ਆ, 8 ਮਹੀਨੇ ਦਾ ਘੇਰਾ ਏ, ਸਿੰਘ ਸ਼ਹੀਦ ਹੋ ਗਏ, ਪ੍ਰਸਾਦੀ ਖਾਤੀ ਚੜਾਈ ਕਰ ਗਿਆ, ਅੰਨ ਪਾਣੀ ਮੁੱਕ ਗਿਆ, ਕੀ ਕੁਝ ਨਹੀਂ ਹੋਇਆ। ਮਹਾਰਾਜ ਕਹਿੰਦੇ ਕਿਲਾ ਨਹੀਂ ਛੱਡਣਾ, ਪਰ ਜਦੋਂ ਉਹਨਾਂ ਨੇ ਖੁਦਾ ਦੇ ਨਾਂ ਦਾ ਵਾਸਤਾ ਪਾਇਆ ਤੇ ਮਹਾਰਾਜ ਕਹਿੰਦੇ ਹੁਣ ਕਿਲਾ ਛੱਡ ਦਿਆਂਗੇ, ਕਿਉਂਕਿ ਧਰਮੀ ਬੰਦਾ ਜਿਹੜਾ ਹੈ ਉਹ ਧਰਮ ਦੇ ਉੱਤੇ ਆਪਣਾ ਆਪਾ ਸਮੇਟ ਕੇ ਸਮਰਪਣ ਕਰ ਦਿੰਦਾ। ਮਹਾਰਾਜ ਜੀ ਨੂੰ ਕਹਿੰਦੇ ਤੁਸੀਂ ਨਾ ਸਾਨੂੰ ਦਿਓ ਰੱਬ ਦੇ ਨਾਂ ਤੇ। ਗੁਰੂ ਸਾਹਿਬ ਜੀ ਨਾ ਏਦਾਂ ਜਿਵੇਂ ਮਹਾਰਾਜ ਦਾ ਪ੍ਰਕਾਸ਼ ਸੀ ਨਾ, ਇਹ ਪਹਿਲੀ ਵਾਰੀ ਹੋਇਆ ਕਿ ਗੁਰੂ ਸਾਹਿਬ ਜੀ ਤੁਹਾਡੇ ਵੱਲ ਸੰਗਤ 'ਚ ਬੈਠੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੋਂ ਇੱਕ ਟਕਾ ਚੁੱਕ ਕੇ ਕਹਿੰਦੇ ਅੱਲਾ ਗੁਰੂ ਨਾਨਕ ਜੀ ਦੇ ਨਾਂ ਤੇ, ਦੂਜਾ ਟਕਾ ਚੱਕ ਕੇ ਕਹਿੰਦੇ ਅੱਲਾ ਗੁਰੂ ਅੰਗਦ ਦੇ ਪਿਤਾ ਦੇ ਨਾਂ ਤੇ, ਧੰਨ ਗੁਰੂ ਅਮਰਦਾਸ ਜੀ ਦੇ ਨਾਂ ਤੇ, ਧੰਨ ਗੁਰੂ ਰਾਮਦਾਸ ਜੀਆਂ ਦੇ ਨਾਂ ਤੇ। ਜਦੋਂ ਆਪਣੀ ਵਾਰੀ ਆਈ ਤੇ ਅੱਧਾ ਟਕਾ ਚੱਕ ਕੇ ਕਹਿੰਦੇ ਸਾਡੇ ਨਾਂ ਤੇ। ਸੰਗਤਾਂ ਵੀ ਪੁੱਛਦੀਆਂ, ਮੰਗਣ ਵਾਲਾ ਪੁੱਛਦਾ ਪਾਤਸ਼ਾਹ ਉਹਨਾਂ ਦੇ ਨਾਂ ਤੇ ਟਕਾ ਪੂਰਾ ਰੱਖਤਾ, ਆਪਣੇ ਤੇ ਅੱਧਾ ਰੱਖਿਆ, ਕੀ ਗੱਲ ਫਰਕ ਹੈ ਕੋਈ? ਜੋਤ ਤਾਂ ਉਹੀ ਵਰਤਦੀ ਪਈ ਆ। ਸਤਿਗੁਰੂ ਕਹਿੰਦੇ ਫਰਕ ਕੋਈ ਨਹੀਂ, ਪਹਿਲੇ 4 ਗੁਰੂ ਸਰੀਰ 'ਚ ਹੋ ਕੇ ਚਲੇ ਗਏ ਨੇ, ਅਸੀਂ ਸਰੀਰ 'ਚ ਅਜੇ ਪਤਾ ਨਹੀਂ ਕੋਈ ਭੁੱਲ ਨਾ ਕਰ ਬੈਠੀਏ, ਅਸੀਂ ਆਪਣੇ ਆਪ ਨੂੰ ਪੂਰੇ ਕਿਵੇਂ ਗੜੀਏ। ਵੇਖੋ ਕਿੰਨੀ ਵੱਡੀ ਨਿਮਰਤਾ ਸੀ ਨਾ ਪਾਤਸ਼ਾਹ ਅੰਦਰ। ਅਸੀਂ ਕੀ ਕਰਦੇ ਆ ਸੰਗਤ ਜੀ? ਮਹਾਰਾਜ ਤਾਂ ਕਹਿੰਦੇ ਅਜੋ ਸੋ ਨਾਉ ਸਮੁੰਦਰ ਮੇ ਕਿਆ ਜਾਨੋ ਕਿਆ ਹੋਏ। ਮਹਾਰਾਜ ਕਹਿੰਦੇ ਕੋਈ ਪਦਵੀ ਮਿਲੇ, ਕੋਈ ਲੋਕਾਂ 'ਚ ਸਮਾਜ ਵਿੱਚ ਵਡਿਆਈ ਮਿਲੇ ਤੇ ਉਹਨੂੰ ਇੰਨੀ ਵੱਡੀ ਨਾ ਲੈ ਜਾਈਏ ਕਿ ਸਾਨੂੰ ਜਿਉਣਾ ਹੀ ਭੁੱਲ ਜੇ, ਇਨਸਾਨ 'ਚ ਫਰਕ ਭੁੱਲ ਜੇ। ਕੱਲ ਮਹਾਰਾਸ਼ਟਰ ਦੀ ਧਰਤੀ ਤੇ 3 ਨੌਜਵਾਨ ਸਿੱਖਾਂ ਤੇ ਇੰਨਾ ਵੱਡਾ ਅਤਿਆਚਾਰ ਹੋਇਆ, ਉਹਨਾਂ ਨੂੰ ਇੰਨਾ ਕਿਉਂ? ਇਹਦਾ ਕਾਰਨ ਪਤਾ ਕੀ ਬਣਦਾ ਪਿਆ? ਉਹ ਕਹਿੰਦੇ ਤੁਸੀਂ ਪੰਜਾਬ 'ਚ ਭਈਏ ਮਾਰੋਗੇ, ਅਸੀਂ ਤੁਹਾਡੇ ਪੰਜਾਬੀ ਬਾਹਰ ਮਾਰਾਂਗੇ, ਸਟੇਟਾਂ ਜਿਹੜੇ ਵੱਸਦੇ ਆ। ਇਹ ਬਹੁਤ ਆਉਣ ਵਾਲਾ ਸਮਾਂ ਬਹੁਤ ਭਿਆਨਕ ਸਮਾਂ ਆ ਰਿਹਾ ਸੰਗਤ ਜੀ। ਇਸ ਸਮੇਂ ਤੋਂ ਸਾਨੂੰ ਗੁਰੂ ਹੀ ਬਚਾ ਲਵੇ। ਸਾਨੂੰ ਨਹੀਂ ਪਤਾ ਸਾਡੀ ਮੌਤ ਕਿੱਥੇ ਖਲੋਤੀ ਹੈ, ਸਾਨੂੰ ਨਹੀਂ ਪਤਾ ਸਾਡੇ ਆਪਣੇ ਜਿਹੜੇ ਨੇ ਉਹ ਦੁਸ਼ਮਣ ਬਣ ਗਏ ਨੇ। ਅੱਜ ਜਿਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਅਸੀਂ ਕੁਰਬਾਨੀਆਂ ਦਿੱਤੀਆਂ ਦੇ ਰਹੇ ਹਾਂ, ਜਿਸ ਦੇਸ਼ ਦੇ ਲਈ ਜਦੋਂ ਇੱਜ਼ਤ ਦੇ ਰਾਖੇ ਸਿੱਖ ਬਣੇ ਉਦੋਂ ਇਹਨਾਂ ਨੂੰ ਰਾਜੇ ਮਹਾਰਾਜੇ ਕਿਹਾ, ਪਰ ਅੱਜ ਉਸੇ ਸਿੱਖ ਨੂੰ ਇਸ ਹਿੰਦੁਸਤਾਨ ਦੇ ਵਿੱਚ ਰਹਿਣਾ ਔਖਾ ਹੋਇਆ ਪਿਆ। ਸੋ ਖੈਰ ਹੋ ਸਕਦਾ ਤੁਸੀਂ ਉਹ ਅੱਜ ਟੀਵੀ ਤੇ ਜਾਂ ਉੱਦਾਂ ਸੋਸ਼ਲ ਮੀਡੀਆ ਤੇ ਵੀਡੀਓ ਜ਼ਰੂਰ ਵੇਖੋਗੇ। ਪਾਤਸ਼ਾਹ ਕਿਰਪਾ ਕਰੇ, ਕਿਉਂਕਿ ਜਿੱਥੇ ਆਪਾਂ ਸੰਗਤ ਜੀ ਸਾਖੀਆਂ ਸੁਣੀਆਂ, ਗੁਰਬਾਣੀ ਦੇ ਅਰਥ ਸੁਣਨੇ, ਉੱਥੇ ਸਾਨੂੰ ਇਹ ਵੀ ਜ਼ਰੂਰ ਪਤਾ ਹੋਣਾ ਚਾਹੀਦਾ ਅਜੋਕੇ ਸਮੇਂ 'ਚ ਸਾਡੇ ਨਾਲ ਕੀ ਹੋ ਰਿਹਾ। ਸੋ ਅਰਥ ਕਰੀਏ, ਤਨਾਸਰੀ ਮਹੱਲਾ ਪੰਜਵਾ। ਮੇਰੇ ਲਾਲ ਭਲੋ ਰੇ ਭਲੋ ਹਰ ਮੰਗਣਾ। ਇੱਥੇ ਮਹਾਰਾਜ ਕਹਿੰਦੇ ਜਿਹੜਾ ਪ੍ਰਮਾਤਮਾ ਬਹੁਤ ਭਲੇ ਦਾ ਸੂਚਕ ਹੈ। ਲਾਲ ਦੇ ਅਰਥ ਵਾਹਿਗੁਰੂ ਜੀ ਨੇ। ਕਹਿੰਦੇ ਆਓ ਉਸ ਵਾਹਿਗੁਰੂ ਜੀ ਕੋਲੋਂ, ਸਤ ਸਰੂਪ ਵਾਹਿਗੁਰੂ ਜੀ ਕੋਲੋਂ, ਤਰਸ ਦੇ ਸੋਮੇ ਵਾਹਿਗੁਰੂ ਜੀ ਕੋਲੋਂ, ਭਲਾਈ ਦੇ ਸੋਮੇ ਵਾਹਿਗੁਰੂ ਜੀ ਕੋਲੋਂ ਇੱਕ ਦਾਤ ਅੱਜ ਮੰਗੀਏ, ਉਹ ਹੈ ਹਰ ਮੰਗਣਾ। ਹਰ ਮੰਗਣਾ ਦੇ ਅਰਥ ਨੇ ਵਾਹਿਗੁਰੂ ਜੀ ਕੋਲੋਂ ਵਾਹਿਗੁਰੂ ਜੀ ਨੂੰ ਹੀ ਮੰਗ ਲਈਏ। ਸਾਧ ਸੰਗਤ ਜੀ, ਇਹ ਵੱਡੀ ਗੱਲ ਹੈ ਕਿ ਜਦੋਂ ਅਸੀਂ ਦੁਨੀਆ ਦੇ ਧਨ ਪਦਾਰਥ ਨੂੰ ਮੰਗਦੇ ਹਾਂ, ਦਾਤਾ ਨੂੰ ਮੰਗਦੇ ਹਾਂ, ਇੱਕ ਸਮਾਂ ਆਵੇ ਫਿਰ ਦਾਤੇ ਨੂੰ ਹੀ ਮੰਗਣਾ ਸ਼ੁਰੂ ਕਰ ਦਈਏ। ਗੁਰੂ ਸਾਹਿਬ ਕੋਲੋਂ ਬਹੁਤ ਪ੍ਰਕਾਰ ਦੀ ਅਸੀਂ ਭੁੱਖ ਰੱਖਦੇ ਹਾਂ, ਪਰ ਇੱਕ ਸਮਾਂ ਆਵੇ ਫਿਰ ਗੁਰੂ ਨੂੰ ਮੰਗਣਾ ਸ਼ੁਰੂ ਕਰ ਦਈਏ। ਪਾਤਸ਼ਾਹ ਜੀ ਕਹਿੰਦੇ ਆਓ ਵਾਹਿਗੁਰੂ ਜੀ ਕੋਲੋਂ ਵਾਹਿਗੁਰੂ ਜੀ ਨੂੰ ਹੀ ਮੰਗੀਏ। ਇਹ ਅੱਜ ਦੇ ਮੁੱਖ ਵਾਕ ਦੀ ਆਰੰਭਕ ਤੁਕ ਹੈ। ਇਹਨੂੰ ਅਸੀਂ ਥੋੜਾ ਏਦਾਂ ਵੀ ਪੜ੍ਹ ਲਈਏ ਕਿ ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ।
गुरु साहब कहते सब तो वड्डी शैद जे कोई मंगण वाली है ਉਹ है सच एवे परमेश्वर का नाम। यही गल गुरु गोबिंद सिंह जी ਨੂੰ ਜਦੋਂ ਪੁਰਾਤਨ ਸੌ ਸਾਖੀ ਪੜ੍ਹਦੇ ਆਪਾਂ ਉਹਦੇ ਵਿੱਚ ਸਿੱਖਾਂ ਨੇ ਸਵਾਲ ਕੀਤਾ ਕਿ ਸਤਿਗੁਰੂ ਜਦੋਂ ਵੀ ਰੱਬ ਕੋਲੋਂ ਗੁਰੂ ਮੁਰਸ਼ਿਦ ਕੋਲੋਂ ਮੰਗੀਏ ਕੀ ਮੰਗੀਏ ਤੇ ਸਤਿਗੁਰੂ ਕਹਿੰਦੇ ਸਨ ਧਰਮ ਮੰਗੋ ਤੇ ਨਾਮ ਮੰਗੋ, ਇਹਦੇ ਤੋਂ ਵੱਡੀ ਹੋਰ ਕੋਈ ਦਾਤ ਨਹੀਂ। ਤੇ ਇਹ ਉਹ ਮੰਗਦੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਜੀ ਇਸ ਸੰਸਾਰ 'ਚ ਰਹਿ ਕੇ ਉਹ ਧਨ ਕਮਾਉਣ ਦੀ ਅੰਦਰ ਭੁੱਖ ਪੈਦਾ ਹੋਵੇ ਜਿਸ ਧਨ ਨੇ ਸਾਡੇ ਲੋਕ ਪਰਲੋਕ ਕੰਮ ਆਉਣਾ। देखो पसार नैन सुनो साधु के बैन। गुरु साहब कहते सुता ना रह, अखा खोल के वेख। अखा नूं सिट्टे बाहर थोड़े जे ज्ञान दे ते अखा ये खोल के वेख कि जो संसार तू वेखदा है जांदा पिया। वेख तेरे किन्ने नाल दे तुर गए, तेरी वारी आउणी आ। इस संसार दी हर शै चलाए मान, एक काम कर साधु के बैन, अपने गुरु दे वचन सुनिया कर, अपने गुरु दी बाणी दा जो ज्ञान है उन्हें सुनिया कर। फिर प्राण पत चित राख ते उस वाहिगुरु जी नूं हमेशा चित च वसा। सगल है मरना पर जिन्ना यादां नूं, जिन्ना पदार्थां नूं, जिन्ना संसार नूं तू अपने चित च वसाया वो तां मर्ज कहते एक दिन सब कुछ मर जाना है। रहाओ विश्राम दे के समझाउंदे ने चंदन चोआ रस भोग करत अनेकै, विख्या विकार देख सगल है पीके। संगत जी जदों वाहिगुरु जी का नाम जिंदगी च ना होवे, गुरबाणी का जाप जिंदगी च ना होवे, फिर पातशाह जी कहते शरीरां ते जिन्ने भी असी अतर चंदन लाइए ये जिहड़े चंदन चोआ ने ना ये सारे जिवें अज असी परफ्यूम वरतदे आ ये उन्हां दा है। गुरु जी कहते इन्हां रसां च पिया, भोगां च पिया, ये विछे विकारां च पिया। जिंदगी जिहड़ी है सच एवे ओ अकारथ चली जाती आ, फिक्की रह जाती आ। मर्ज कहते ये रस जिहड़े ने सानू वाहिगुरु जी दे रस वाले पासे नहीं आउण दिंदे। फिर इसे तुक च कहते एक है गोबिंद को नाम नीको। सो पातशाह जी कहते फिर आपां वाहिगुरु जी का नाम जपीए जिहड़ा नीको है, सोहना है बहुत। पातशाह कहते तो वड्डा ते होर है ही कोई नहीं। कहत है साध जन, ये गल तेनू हर एक साधु जन पुकार के कह रहा है। तन धन आपन थापियो। गुरु जी कहते वाहिगुरु जी का धन सी, वाहिगुरु जी का धन सी, पर बंदे ने जदों ये कहा ये मेरा है, बस मेरे च इन्ना फस के रह गया, उन्होंने देने वाला भुल गया। फिर गुरु जी ने कहा हर जप ना निमख जापियो। तू तो उस वाहिगुरु जी ने एक निमख मात्र नहीं जपदा, तेनू ते कहना चाहिए सी जिसका तन मन धन सब तिसका सोई सुगड़ सुजानी। पर तू तो यह सब कुछ अपना मन के वाहिगुरु जी नूं भुला बैठा है। अर्थ दर्ब देख कछ संग नहीं चलना। अर्थ कहते पैसे नूं, दर्ब कहते पैसे धन पदार्थ नूं, मर्ज कहते इन्हां विच डुबिया, इन्हां विच जिंदगी नूं गलतान कीतिया। एक गल याद रख, ये तां कोई भी शै तेरे नाल नहीं जानी, पर इन्हां विच रह के जो तू पाप कर्म करदा पिया, बेईमानियां ठगियां चोरियां दुनिया नाल छल कपट करदा, वो कर्म जरूर तेरे नाल जाण के। जाको रे कर्म भला तिने ओट गही संत भला। जिन्हां दे कर्म जागे, जिन्हां ते गुरु दी बख्शिश हुई, जिन्हां ने भले कर्म कीते, संगत जी वो फिर अपने गुरु रूपी संत दा पल्ला शब्द रूपी जिहड़ा है उहदा आसरा लैंदे ने जिंदगी च जिउण दे लई। तिन नाही रे जम संतावे, उन्हां नूं फिर जमा दा जो है वो डर नहीं सताउंदा। साधु की संगड़ा, क्योंकि अपने गुरु रूपी साधु की संगत विच रहिंदे ने हमेशा। पायो रे परम निदान, मिट्यो है अभिमान, एक है निरंकार नानक मन लगना। जदों साडा मन गुरु साहब कहते एक है निरंकार दे नाल लग गया, जुड़ गया ना, उदों पातशाह कहते ने पायो रे परम निदान। फिर सानू परम खजाना, श्रोमणी खजाना वाहिगुरु जी की प्राप्ति का वो होवेगा। मिट्यो है अभिमान, फिर सारिया दातां च रह के बंदा कदे हंकार नहीं करेगा। फिर बाद सच्चे पिता का शुकराना करदिया यही गाऊगा कबीर मेरा मुझ में किछ नहीं, जो किछ है सो तेरा।
तेरा तुझको सौ पते क्या लागै मेरा। फिर पातशाह जी कहते हो हर दात विच उस दाते नूं वेख के हमेशा ਉਹਦੇ ਗੁਣ, ਉਹਦੀਆਂ ਵਡਿਆਈਆਂ, ਉਹਦੀਆਂ ਸਿਫਤਾਂ 'ਚ ਜੁੜ ਕੇ ਆਪਣੀ ਉਮਰ ਦੇ ਪੰਧ ਨੂੰ ਗੁਜ਼ਾਰੂਗਾ। ਤੇ ਇਸੇ ਤਰ੍ਹਾਂ ਸੰਗਤ ਜੀ ਲੋਕ ਸੁਖੀਏ ਔਰ ਲੋਕ ਸੁਹੇਲੇ ਦੀਆਂ ਸਾਨੂੰ ਫਿਰ ਗੁਰੂ ਜੀ ਬਖਸ਼ਿਸ਼ਾਂ ਨਾਲ ਨਿਵਾਜ ਦਿੰਦੇ, ਫੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।